ते शिवा पर मोहे है, शुभ कर्मन ते कभू न डरूं, न डरूं और सोच अब जाए लड़ूं, निश्चय कर अपनी जीत करूं। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਸੰਗਤ ਟੈਲੀਵਿਜ਼ਨ ਦਾ ਖਾਸ ਪ੍ਰੋਗਰਾਮ ਖਾਲਸਾ ਰਾਜ ਕਿਵੇਂ ਬਣਿਆ। ਹੁਣ ਤੱਕ ਇਸ ਪ੍ਰੋਗਰਾਮ ਦੇ 496 ਭਾਗ ਅਸੀਂ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰ ਚੁੱਕੇ ਹਾਂ ਤੇ ਅੱਜ 497 ਨੰਬਰ ਲੈ ਕੇ ਫਿਰ ਆਪ ਸਾਰਿਆਂ ਦੀ ਸੇਵਾ ਵਿੱਚ ਹਾਜ਼ਰ ਹੋਏ ਹਾਂ। ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਜਿਹੜੇ ਇਸ ਲੜੀਵਾਰ ਪ੍ਰੋਗਰਾਮ ਦੇਖਦੇ ਤੇ ਪਸੰਦ ਕਰਦੇ ਨੇ। ਖਾਸ ਕਰਕੇ ਧੰਨਵਾਦ ਸਤਿਕਾਰਯੋਗ ਵੀਰ ਜੀ ਰਣਜੀਤ ਸਿੰਘ ਰਾਣਾ ਜੀ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਬਹੁਤ ਹੀ ਮਿਹਨਤ ਦੇ ਨਾਲ ਤਿਆਰ ਕਰਕੇ ਆਪ ਸੰਗਤਾਂ ਦੇ ਸਾਹਮਣੇ ਪੇਸ਼ ਕਰਦੇ ਹਨ। ਜਿੰਨੇ ਵੀ ਸਾਡੇ ਸਵਾਲ ਹੁੰਦੇ ਹਨ ਵੀਰ ਜੀ ਕੋਸ਼ਿਸ਼ ਇਹੀ ਮੈਂ ਹਮੇਸ਼ਾ ਕਹਿੰਦੀ ਨਹੀਂ ਕਿ ਇਹਨਾਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਉਹਨਾਂ ਦੇ ਜਵਾਬ ਜਿਹੜੇ ਆ ਗੁਰ ਇਤਿਹਾਸ ਗੁਰਬਾਣੀ ਤੇ ਗੁਰ ਫਲਸਫੇ ਦੇ ਆਧਾਰ ਤੇ ਹੀ ਦਿੱਤੇ ਜਾਣ। ਪ੍ਰੋਗਰਾਮ ਦੀ शुरुआत करने तो पहला वीर जी नूं जी आखदे हैं ते गुरु फतेह सांझे करदे वीर जी। वाहिगुरू जी का खालसा वाहिगुरू जी की फतेह। पिछले एपीसोड ਵਿੱਚ ਵੀ ਜੀ ਤੁਸੀਂ ਸੰਗਤਾਂ ਨੇ ਨਾਲ ਸਾਂਝ ਪਾਈ ਕਿ ਸਤਿਗੁਰੂ ਜੀ ਥੇੜੀ ਪਿੰਡ ਤੋਂ ਹੁੰਦੇ ਹੋਏ ਹੋਰ ਪਿੰਡਾਂ ਦੇ ਥਾਣੀ ਕਾਲ ਚਰਾਨੀ ਪਿੰਡ ਪਹੁੰਚੇ, ਜਿੱਥੇ ਜਦੋਂ ਸਤਿਗੁਰੂ ਜੀ ਉਸ ਪਿੰਡ ਵਿੱਚ ਪਹੁੰਚੇ ਤੇ ਉੱਥੇ ਉਹਨਾਂ ਨੇ ਇੱਕ ਕਾਲਾ ਸੱਪ ਜਿਹਦੀ ਗੱਲ ਅਸੀਂ ਕਰ ਰਹੇ ਸੀ, ਫਿਰ ਸਾਨੂੰ ਵਿੱਚ ਹੀ ਪ੍ਰੋਗਰਾਮ ਸਮਾਪਤ ਕਰਨਾ ਪਿਆ ਤੇ ਇੱਕ ਕਾਲੇ ਕਾਂ ਨੂੰ ਉਹਨਾਂ ਨੇ ਖਾਸ ਕਰਕੇ ਜਿਹੜਾ ਅਸੀਂ ਕਹਿ ਸਕਦੇ ਮਰਵਾਇਆ। ਇਹਦੇ ਪਿੱਛੇ ਕੀ ਕਾਰਨ ਸੀ, ਕੀ ਜੋ ਸੀ ਸਤਿਗੁਰੂ ਜੀ ਨੇ ਜਿਹੜਾ ਕਿ ਉਸ ਪਿੰਡ ਪਹੁੰਚ ਕੇ ਇੱਕ ਵੱਡਾ ਕਾਲਾ ਸੱਪ ਤੇ ਇੱਕ ਕਾਲਾ ਕਾਂ ਮਰਵਾਇਆ, ਇਹਦੇ ਬਾਰੇ ਸੰਗਤਾਂ ਦੇ ਨਾਲ ਜ਼ਰੂਰ ਸਾਂਝ ਪਾਇਓ ਤੇ ਉਸ ਤੋਂ ਬਾਅਦ ਸਤਿਗੁਰੂ ਜੀ ਕਿਹੜੇ ਪਾਸੇ ਵੱਲ ਗਏ ਇਹਦੇ ਬਾਰੇ ਵੀ ਸੰਗਤਾਂ ਨੂੰ ਜ਼ਰੂਰ ਦੱਸਿਓ। ਧੰਨਵਾਦ ਭੈਣ ਮੇਰੀ, ਤੁਸੀਂ ਲੜੀ ਨੂੰ ਜੋੜਿਆ। ਪਿਛਲੇ ਐਪੀਸੋਡ 'ਚ ਆਪਾਂ ਜਿੱਦਾਂ ਜ਼ਿਕਰ ਕਰ ਰਹੇ ਸੀਗੇ ਕਿ ਕਾਲ ਚਰਾਨੀ ਪਿੰਡ ਦੇ ਵਿੱਚ ਸਤਿਗੁਰੂ ਨੇ ਇੱਕ ਕਾਲਾ ਸੱਪ ਆਪ ਮਾਰਿਆ, ਹਾਂਜੀ, ਇੱਕ ਕਾਲਾ ਕਾਂ ਹਾਂਜੀ ਉਹਦੇ ਕੋਲੋਂ ਭਾਈ ਧਰਮ ਸਿੰਘ ਦੇ ਕੋਲੋਂ ਮਰਵਾਇਆ। ਠੀਕ ਹੈ, ਸੱਪ ਆਪ ਮਾਰਿਆ ਤੇ ਕਾਂ ਜਿਹੜਾ ਸੀਗਾ ਜੀ, ਕਾਂ ਹੁੰਦੇ ਕਾਲੇ ਆ ਵੈਸੇ, ਕਾਲਾ ਕਾਂ ਜਿਹੜਾ ਸੀਗਾ ਉਹ ਭਾਈ ਧਰਮ ਸਿੰਘ ਦੇ ਕੋਲੋਂ ਮਰਵਾਇਆ। ਭਾਈ ਧਰਮ ਸਿੰਘ ਨੇ ਸਤਿਗੁਰੂ ਦੇ ਆਖੇ ਲੱਗ ਕੇ ਕਾਂ ਮਾਰ ਤਾਂ ਦਿੱਤਾ ਜੀ, ਕਿਉਂਕਿ ਆਮ ਤੌਰ ਤੇ ਕਾਂ ਨਹੀਂ ਮਾਰਦੇ ਸੀ। ਹਾਂਜੀ ਹਾਂਜੀ, ਇੱਕ ਆਪਾਂ ਸਾਖੀ ਪਿੱਛੇ ਵੀ ਜ਼ਿਕਰ ਕੀਤਾ, ਇੱਕ ਹੋਰ ਕਾਂ ਸਤਿਗੁਰੂ ਨੇ ਆਪ ਤੀਸਰਾ ਮਾਰਿਆ ਸੀ, ਇੱਥੇ ਵੀ ਕਾਂ ਮਰਵਾਇਆ। ਧਰਮ ਸਿੰਘ ਨੂੰ ਕਹਿ ਕੇ ਆਪ ਨਹੀਂ ਮਾਰਿਆ ਪਰ ਧਰਮ ਸਿੰਘ ਦੇ ਕੋਲ ਮਰਵਾਇਆ। ਹੁਣ ਸਤਿਗੁਰੂ ਦਾ ਹੁਕਮ ਮੰਨ ਕੇ ਉਹਨੇ ਕਾਂ ਮਾਰ ਦਿੱਤਾ, ਹਾਂਜੀ, ਪਰ ਜਿੱਦਾਂ ਤੁਹਾਡੇ ਮਨ 'ਚ ਸਵਾਲ ਆਇਆ ਵੀ ਕਾਂ ਕਿਉਂ ਮਾਰਿਆ, ਉਦਾਂ ਹੀ ਧਰਮ ਸਿੰਘ ਦੇ ਮਨ 'ਚ ਵੀ ਆਇਆ ਵੀ ਮੇਰੇ ਕੋਲੋਂ ਸਤਿਗੁਰੂ ਜੀ ਕਾਂ ਕਿਉਂ ਮਰਵਾਇਆ। ਹਾਂਜੀ, ਤੇ ਉਹਨੂੰ ਸਤਿਗੁਰੂ ਨੂੰ ਮਾਰ ਕੇ ਹੁਕਮ ਮੰਨ ਕੇ ਹਾਂਜੀ ਬਾਅਦ ਵਿੱਚ ਇਹ ਗੱਲ ਪੁੱਛ ਲਈ। ਜੀ, ਉਦੋਂ ਦੇ ਸਿੱਖਾਂ ਦੀ ਸ਼ਰਧਾ ਹੁੰਦੀ ਸੀ ਕਿ ਕੋਈ ਹੁਕਮ ਕੋਈ ਆਦੇਸ਼ ਏਦਾਂ ਵੀ ਲੱਗੇ ਸਮਝ 'ਚ ਨਹੀਂ ਆਇਆ ਜੀ, ਪਰ ਉਹ ਮੰਨਣਾ ਆ ਜ਼ਰੂਰ। ਸਤਿਗੁਰੂ ਦੀ ਰਾਮੇ ਸਾਨੂੰ ਨਹੀਂ ਸਮਝ ਆਉਂਦੀ ਪਰ ਮੰਨ ਕੇ ਬਾਅਦ ਜੇ ਫਿਰ ਸ਼ੰਕਾ ਰਹਿ ਗਿਆ ਹੁਕਮ ਮੰਨਣਾ ਆ, ਉਹ ਸ਼ਰਧਾ ਆ। ਜੇ ਸ਼ੰਕਾ ਆ ਗਿਆ ਕੋਈ ਤੇ ਸ਼ੰਕੇ ਦੀ ਨਿਵਰਤੀ ਵੀ ਕਰਵਾ ਲੈਣੀ ਆ ਤਾਂ ਕਿ ਸ਼ੰਕਾ ਤੁਹਾਡੀ ਸ਼ਰਧਾ ਦੇ ਵਿੱਚ ਕੋਈ ਅੜਿੱਕਾ ਨਾ ਪਾਵੇ। ਹਾਂਜੀ, ਸੋ ਇੱਥੋਂ ਹੁਕਮ ਮੰਨਣ ਦੀ ਗੱਲ ਹੈ ਵੀ ਕਾਂ ਮਾਰਨਾ ਬੜਾ ਅਟਪਟਾ ਸੀਗਾ ਪਰ ਧਰਮ ਸਿੰਘ ਕਾਂ ਮਾਰਤਾ। ਮਾਰ ਕੇ ਬਾਅਦ ਚ ਸਤਿਗੁਰੂ ਜੀ ਕਿਰਪਾ ਕਰਕੇ ਦੱਸਿਓ, ਮੈਨੂੰ ਤੁਹਾਡੀ ਤਾਂ ਸਮਝ ਨਹੀਂ ਆਈ ਵੀ ਕਾਂ ਕਿਉਂ ਮਰਵਾਇਆ, ਇਹ ਹੀ ਕਿਉਂ ਕਾਂ ਮਰਵਾਇਆ। ਆਲੇ ਦੁਆਲੇ ਕਾਂ ਬਥੇਰੇ ਤੁਰੇ ਫਿਰਦੇ ਆ ਤੇ ਸਤਿਗੁਰੂ ਜੀ ਨੇ ਸਮਝਾਉਣੀ ਕੀਤੀ ਵੀ ਧਰਮ ਸਿੰਘ ਇਹ ਜਿਹੜਾ ਕਾਂ ਸੀ ਨਾ, ਇਹ ਸਾਡੇ ਲੰਗਰਾਂ ਦੇ ਵਿੱਚ, ਗੁਰੂ ਘਰ ਦੇ ਲੰਗਰਾਂ ਦੇ ਵਿੱਚ ਲਾਂਗਰੀ ਦੇ ਤੌਰ ਤੇ ਸੇਵਾ ਕਰਦਾ ਹੁੰਦਾ ਸੀ। ਠੀਕ ਹੈ, ਜਿੱਦਾਂ ਸਾਡੇ ਸੂਰਜ ਪ੍ਰਕਾਸ਼ ਦੀ ਸਾਖੀ ਆ, ਜਿੱਦਾਂ ਭਾਈ ਰੂਪ ਸਿੰਘ ਦੀਆਂ ਸਾਖੀਆਂ ਮਿਲਦੀਆਂ ਉਹਨਾਂ 'ਚ ਇਹਦਾ ਜ਼ਿਕਰ ਕੀਤਾ ਹੋਇਆ। ਮੈਂ ਉੱਥੋਂ ਇਤਿਹਾਸ ਦੇ ਉਹਨਾਂ ਹਿੱਸਿਆਂ ਤੋਂ ਲੈ ਕੇ ਇਹ ਜਿਹੜੇ ਪੁਰਾਤਨ ਗ੍ਰੰਥ ਉੱਥੋਂ ਹੀ ਗੱਲ ਕਰ ਰਿਹਾ ਹਾਂ ਕਿ ਜਿਹੜਾ ਕਾਂ ਸੀਗਾ ਸਾਡੇ ਲੰਗਰਾਂ ਦੇ ਵਿੱਚ ਲਾਂਗਰੀ ਦੇ ਤੌਰ ਤੇ ਸੇਵਾ ਕਰਦਾ ਸੀ, ਪਰ ਜਦੋਂ ਵੀ ਕੋਈ ਇੱਕ ਤੋਂ ਬਾਅਦ ਦੂਜਾ ਪ੍ਰਸ਼ਾਦਾ ਮੰਗਦਾ ਸੀ ਉਹਨੂੰ ਝੇਈ ਲੈ ਕੇ ਪੈ ਜਾਂਦਾ ਸੀ। ਠੀਕ ਹੈ, ਇਹ ਇਦਾਂ ਸਮਝਦੇ ਕਿ ਲੰਗਰਾਂ ਦਾ ਮਾਲਕ ਇਹ ਹੈ। ਸ਼ਾਇਦ ਲੰਗਰ ਤਾਂ ਗੁਰੂ ਦੇ ਆ, ਆਪਾਂ ਗੁਰੂ ਲੰਗਰ ਜਦੋਂ ਕਹਿੰਦੇ ਆਪਾਂ ਇਦਾਂ ਨਹੀਂ ਕਹਿੰਦੇ, ਲੰਗਰ ਨਹੀਂ ਕਹਿੰਦੇ ਆਪਾਂ ਕਹਿੰਦੇ ਗੁਰੂ ਦਾ ਲੰਗਰ ਟੁੱਟ ਵਰਤੇਗਾ। ਉਹਦਾ ਮਤਲਬ ਹੁੰਦਾ ਜਿਹੜਾ ਮਰਜ਼ੀ ਆਵੇ ਗੁਰੂ ਦੀ ਚੀਜ਼ ਆ ਉਹਦਾ ਹੱਕਦਾਰ ਆ। ਜੇ ਕਵੇ ਕਿ ਆਪ ਲੰਗਰ ਲਾ ਕੋਈ ਮੇਰਾ ਲੰਗਰ ਵਰਤਣਾ ਤੇ ਸ਼ਾਇਦ ਜਿਹੜਾ ਤੁਹਾਡੇ ਸੱਦੇ ਵਾਲਾ ਉਹੀ ਬੰਦਾ ਹੋਊਗਾ, ਪਰ ਗੁਰੂ ਦਾ ਲੰਗਰ ਜਿੱਥੇ ਆ ਉੱਥੇ ਫਿਰ ਗੁਰੂ ਦਾ ਲੰਗਰ ਸਾਰਿਆਂ ਦੇ ਲਈ ਆ ਤੇ ਸਾਰੇ ਹੀ ਛਕਣਗੇ ਤੇ ਇੱਕ ਬੰਦੇ ਇੱਕ ਮੰਗਤ 'ਚ ਬੈਠ ਕੇ ਛਕਣਗੇ। ਉੱਥੇ ਕੋਈ ਵੱਡਾ ਛੋਟਾ ਨਹੀਂ, ਫਿਰ ਉੱਥੇ ਕੋਈ ਰਿਸ਼ਤੇਦਾਰ ਜਾਂ ਦੁਸ਼ਮਣ ਨਹੀਂ, ਉੱਥੇ ਤਾਂ ਦੁਸ਼ਮਣ ਵੀ ਆ ਗਿਆ ਨਾ ਕਿਤੇ
ਬੁਨਿਆਦੀ ਤੌਰ ਦੇ ਉੱਤੇ, ਤੇ ਉਹ ਵੀ ਸੰਗਤੀ ਸੰਗਤੀ ਰੂਪ ਚ ਆਊਗਾ ਤੇ ਉਹਨੂੰ ਵੀ ਉਨੀ ਪਿਆਰ ਨਾਲ ਉਹਦੀ ਸੇਵਾ ਕਰਨੀ। ਇਹ ਸਤਿਗੁਰੂ ਦੇ ਹੁਕਮ ਆ, ਕਿਉਂਕਿ ਲੰਗਰ ਗੁਰੂ ਕਾ ਹੈ। ਪਰ ਕਹਿੰਦੇ ਗੁਰੂ ਕੇ ਲੰਗਰਾਂ ਦੇ ਵਿੱਚ ਲਾਂਗਰੀ ਸੀਗਾ ਤੇ ਆਏ ਗਿਆ ਨੂੰ ਇੱਕ ਜਦੋਂ ਦੂਜਾ ਪ੍ਰਸ਼ਾਦ ਇਹਨੂੰ ਲੱਗਦਾ ਜਿੱਦਾਂ ਇਹਦਾ ਖਾ ਹੋ ਗਿਆ। ਹਾਂਜੀ, ਝਈਆਂ ਲੈ ਕੇ ਪੈਂਦੇ, ਮਾਲਕੀ ਜਤਾਉਂਦਾ ਸੀਗਾ ਜੀ ਜੀ, ਝਈਆਂ ਲੈ ਕੇ ਪੈਂਦਾ ਹੁੰਦੇ। ਇੱਕ ਦਿਨ ਕਹਿੰਦੇ ਇੱਕ ਸਿੱਖ ਜਿਹੜਾ ਸੀ ਜੁੜਿਆ ਹੋਇਆ ਅੰਦਰੋਂ ਬਿਰਤੀ ਵਾਲਾ ਕਮਾਈ ਵਾਲਾ ਸਿੱਖ ਸੀਗਾ, ਸੇਵਾ ਸਿਮਰਨ ਵਾਲਾ ਸਿੱਖ ਸੀ, ਉਹ ਰਸਦ ਲੈ ਕੇ ਆਇਆ। ਹਾਂਜੀ, ਉਹਨੇ ਲੰਗਰਾਂ 'ਚ ਰਸਦ ਪਾਈ, ਲੰਗਰ 'ਚ ਰਸਦਾਂ ਪਾ ਕੇ ਉਹਨੇ ਬਾਅਦ 'ਚ ਲੰਗਰ ਛਕਿਆ ਤੇ ਵਾਪਸ ਜਾਣ ਲੱਗਿਆ ਉਹਨੇ ਇੱਕ ਪ੍ਰਸ਼ਾਦਾ ਵੀ ਘਰ ਮੇਰੇ ਬਜ਼ੁਰਗ ਜਿਹੜੇ ਆ ਉਹਨਾਂ ਲਈ ਗੁਰੂ ਕੇ ਲੰਗਰਾਂ 'ਚ ਦੇ ਦਿਓ। ਹਾਂਜੀ, ਤੇ ਇਹ ਉਹਨੂੰ ਵਾਵਾ ਖਿੱਚ ਕੇ ਪਿਆ। ਠੀਕ, ਲੰਗਰ ਬੈਠ ਕੇ ਛਕਣ ਲਿਆ ਲਿਜਾਣ ਲਈ। ਉਹਨੇ ਕਿਹਾ ਵੀ ਨਹੀਂ, ਸਤਿਗੁਰੂ ਦਾ ਹੁਕਮ ਹੈ ਵੀ ਇਹ ਨਹੀਂ ਕੋਈ ਆ ਸਕਦਾ, ਹਾਂਜੀ, ਤੇ ਲਿਜਾਇਆ ਜਾ ਸਕਦਾ, ਮੈਨੂੰ ਇੱਕ ਪ੍ਰਸ਼ਾਦਾ ਸਿਰਫ ਉੱਤੇ ਥੋੜੀ ਜਿਹੀ ਸਬਜ਼ੀ ਪਾ ਕੇ ਤੇ ਮੈਨੂੰ ਇੱਕ ਪ੍ਰਸ਼ਾਦਾ ਬਜ਼ੁਰਗਾਂ ਲਈ ਜਿਹੜੇ ਘਰ ਬਿਮਾਰ ਹੈ ਜਾਂ ਬਜ਼ੁਰਗ ਆ ਨਹੀਂ ਆ ਸਕਦੇ ਉਹਨਾਂ ਲਈ ਦੇ ਦਿਓ। ਤੇ ਇਹ ਜਦੋਂ ਉਹਨੂੰ ਖਿੱਚ ਕੇ ਪਿਆ, ਬੁਰਾ ਭਲਾ ਕਿਹਾ, ਤੇ ਉਹ ਕਹਿੰਦਾ ਵੀ ਸਿੱਖ ਅੱਗੋਂ ਕਹਿੰਦਾ ਉਹਦੇ ਸਹਿਜ ਸੁਭਾਅ ਮਨ ਮੂੰਹ ਚੋਂ ਨਿਕਲਿਆ, ਕਹਿੰਦਾ ਤੂੰ ਤਾਂ ਕਾਂ ਵਾਂਗੂ ਕਾਂ ਕਰੀ ਜਾਂਦਾ, ਕੁਰਲਾਉਂਦਾ ਪਿਆ ਤੂੰ ਤਾਂ ਕਾਂ ਵਾਂਗੂ। ਇਹ ਸਹਿਜ ਬੋਲ ਉਹਨੇ ਆਖੇ। ਤੇ ਸਤਿਗੁਰ ਕਹਿੰਦੇ ਇਸ ਵਰਤਾਵੇ ਦੀ ਲਾਂਗਰੀ ਦੀ ਜਿਹੜੀ ਸੀਗੀ ਕਰਨੀ, ਹਾਂਜੀ, ਕਰਤੂਤ ਜਿਹੜੀ ਸੀਗੀ ਜੋ ਇਹ ਕਰ ਰਿਹਾ ਸੀ ਉਹਦੇ ਕਰਕੇ, ਤੇ ਉਸ ਸਿੱਖ ਦੇ ਜੁੜੀ ਹੋਈ ਬਿਰਤੀ ਵਾਲੇ ਦੇ ਮੂੰਹੋਂ ਨਿਕਲੇ ਹੋਏ ਸਹਿਜ ਬੋਲਾਂ ਕਰਕੇ ਇਹ ਲਾਂਗਰੀ ਜਿਹੜਾ ਸੀ ਮਰਨ ਤੋਂ ਬਾਅਦ ਕਾਂ ਦੀ ਜੂਨੇ ਪੈ ਗਿਆ। ਜੀ ਜੀ, ਨਿੱਕੀ ਜੀ ਗੱਲ ਹੈ ਵੈਸੇ, ਪਰ ਤੁਹਾਡੀ ਸੇਵਾ ਜਿਹੜੀ ਆ ਸੇਵਾ ਨਾ ਰਹੀ ਤੁਹਾਡੇ ਲਈ, ਤੁਹਾਡੀ ਸੇਵਾ ਹੀ ਸ਼ਰਾਬ ਬਣ ਗਈ। ਜੀ ਜੀ, ਗੁਰੂ ਘਰ ਜਵਾਰ ਸ਼ਰਾਬ ਨਹੀਂ ਹੈ, ਪਰ ਗੁਰੂ ਘਰ ਸਹਿਜ ਬੋਲ ਚੱਲਦੇ ਆ, ਗੁਰੂ ਦੀਆਂ ਬਖਸ਼ਿਸ਼ਾਂ ਚੱਲਦੀਆਂ ਆ। ਆਪਾਂ ਸ਼ਬਦਾਵਲੀ ਦਾ ਫਰਕ ਭਾਵੇਂ ਰੱਖ ਲਈਏ, ਗੁਰੂ ਦੀ ਬਖਸ਼ਿਸ਼ ਹੀ ਵਾਰਿਆ ਔਰ ਕਿਤੇ ਸਹਿਜ ਸ਼ਬਦਾਵਲੀ ਕਿਸੇ ਸਿੱਖ ਦੀ ਵੀ ਆ, ਤੇ ਉਹ ਜਿਹੜੀ ਆ ਉਹ ਵੀ ਤੁਹਾਡੀ ਸ਼ਰਾਬ ਬਣ ਸਕਦੀ ਆ। ਸੋ ਬਚਣਾ ਚਾਹੀਦਾ ਨਾਮ ਜਪਣ ਵਾਲੇ ਤੋਂ, ਸਿੱਖ ਤੋਂ, ਨਿਤਨੇਮੀ ਸਿੱਖ ਤੋਂ। ਉਹਦੀ ਜ਼ੁਬਾਨ 'ਚ ਸੱਤਿਆ ਹੁੰਦੀ ਆ। ਔਰ ਆਪਾਂ ਜਦੋਂ ਗੁਰੂ ਅਰਜਨ ਦੇਵ ਦਾ ਗੱਲ ਕਰ ਰਹੇ ਸੀ, ਉਦੋਂ ਆਪਾਂ ਭਾਈ ਬੁੱਧੂ ਦਾ ਜਦੋਂ ਆਵਾ ਕੱਚਾ ਪੱਕਾ ਲਈ ਉੱਥੇ ਵੀ ਗੱਲ ਕੀਤੀ ਸੀ। ਸਾਖੀ ਬੜੀ ਮਸ਼ਹੂਰ ਆ ਉਹ। ਸਤਿਗੁਰ ਕਿਰਪਾ ਕਰੇ ਕਿਤੇ ਉਹ ਇਤਿਹਾਸ ਵੀ ਵੱਡੇ ਪੱਧਰ ਤੇ ਸੰਗਤਾਂ ਦੇ ਸਾਹਮਣੇ ਆ ਸਕੇ। ਸਾਨੂੰ ਸਾਰਿਆਂ ਨੂੰ ਯਤਨ ਕਰਨਾ ਚਾਹੀਦਾ। ਸਤਿਗੁਰ ਕਿਰਪਾ ਕਰੇ, ਸ਼ਾਇਦ ਸਾਡੇ ਤੋਂ ਜ਼ਿੰਮੇਵਾਰੀ ਲੈਣੀ ਹੋਵੇ, ਉਹਦੇ ਲਈ ਯਤਨ ਕੀਤੇ ਜਾ ਰਹੇ ਆ। ਸਤਿਗੁਰ ਕਿਰਪਾ ਕਰੇ, ਸਤਿਗੁਰੂ ਰਹਿਮਤਾਂ ਕਰੇ ਹੈਗਾ। ਸੋ ਸਿੱਖ ਦੇ ਜਿਹੜੇ ਬੋਲ ਹੁੰਦੇ ਆ ਉਹ ਸਹਿਜ ਬੋਲ ਵੀ ਸਤ ਹੋ ਜਾਂਦੇ ਆ। ਸੋ ਸਤਿਗੁਰ ਕਹਿੰਦੇ ਇਹਨੂੰ ਇਹ ਕਾਂ ਦੀ ਜੂਨੀ ਪੈ ਗਈ ਜੀ। ਪਰ ਹੁਣ ਕਾਂ ਦੀ ਜੂਨੀ ਚ ਪੈ ਗਿਆ, ਸਤਿਗੁਰ ਕਹਿੰਦੇ ਹੈ ਤਾਂ ਸਾਡਾ ਸਿੱਖ ਜੀ ਜੀ, ਪਰ ਪਿਆਰ ਸੀ ਸਿੱਖ ਦੇ ਬੋਲਾਂ ਕਰਕੇ। ਹਾਂਜੀ, ਜੁੜੀ ਹੋਈ ਬਿਰਤੀ ਵਾਲਾ ਸਿੱਖ ਸੀਗਾ, ਉਹਦੇ ਬੋਲਾਂ ਕਰਕੇ ਪਿਆ ਸੀ। ਸੋ ਇਹਦਾ ਉਧਾਰ ਜਿਹੜਾ ਆ, ਇਹਦਾ ਪਾਰ ਉਤਾਰਾ ਵੀ ਜੁੜੀ ਹੋਈ ਬਿਰਤੀ ਵਾਲਾ ਸਿੱਖ ਕਰ ਸਕਦਾ ਸੀ ਜੀ ਜੀ। ਸਿੱਖ ਦੀ ਗੱਲ ਸੀਗੀ। ਗੁਰੂ ਤਾਂ ਸਾਰਿਆਂ ਲਈ ਉੱਪਰ ਨਿਰਪੱਖਿਆ, ਪਰ ਸਾਡਾ ਸਿੱਖ ਸੀਗਾ, ਸਾਡਾ ਸੇਵਾਦਾਰ ਸੀ, ਲੰਗ ਦੀ ਤਰਫ ਤੋਂ। ਸਾਨੂੰ ਇਸ ਗੱਲ ਦਾ ਮਹਿਸੂਸ ਹੁੰਦਾ ਸੀ ਕਾਂ ਦੀ ਜੋਨੇ ਕਿਉਂ ਪਿਆ ਆ, ਤੇ ਹੁਣ ਜੁੜੀ ਹੋਈ ਬਿਰਤੀ ਵਾਲੇ ਸਿੱਖ ਕਰਕੇ ਪਿਆ ਸੀ, ਉਹਦੇ ਬੋਲਾਂ ਕਰਕੇ, ਆਪਣੀ ਕਰਤੂਤ ਕਰਕੇ, ਉਹਦੀ ਸਹਿਜ ਬੋਲਾਂ ਕਰਕੇ। ਤੇ ਹੁਣ ਜੁੜੀ ਹੋਈ ਬਿਰਤੀ ਵਾਲੇ ਸਿੱਖ ਤੂੰ ਹੈ ਧਰਮ ਸਿਆਮ, ਤੇ ਧਰਮ ਸਿੰਘ ਜੀ ਤੇਰੇ ਹੱਥੋਂ ਅਸੀਂ ਦਾ ਪਾਰ ਉਤਾਰਾ ਕਰਾਤਾ ਆ। ਇਹ ਹੁਣ ਕਾਂ ਦੀ ਜੂਨੀ ਖਤਮ ਹੋ ਗਈ, ਅਗਲਾ ਜਨਮ ਦਾ ਮਨੁੱਖ ਦਾ ਹੋਊਗਾ, ਕਿਉਂਕਿ ਗੁਰੂ ਘਰ ਦੀ ਸੇਵਾ ਕੀਤੀ ਹੋਈ ਆ, ਅੱਗੇ ਗੁਰੂ ਨਾਲ ਜੁੜਿਆ ਹੋਇਆ, ਜੁੜੀ ਹੋਈ ਬਿਰਤੀ ਵਾਲੇ ਸਿੱਖ ਦੇ ਹੱਥੋਂ ਇਹਦਾ ਅਖੀਰੀ ਸਮਾਂ ਆਇਆ। ਅਗਲਾ ਜਨਮ ਸਿੱਖ ਹੋਊਗਾ, ਮਨੁੱਖ ਦਾ ਹੋਊਗਾ, ਸਿੱਖ ਬਣੂਗਾ, ਜੁੜੀ ਹੋਈ ਬਿਰਤੀ ਵਾਲਾ ਸਿੱਖ ਬਣੂਗਾ, ਤੇ ਅਗਲੇ ਜਨਮ ਚ ਮੋਖ ਮੁਕਤ ਮਿਲ ਜੂਗਾ। ਸੋ ਅਸੀਂ ਇਹਦਾ ਜਨਮ ਇੱਕ ਕਰ ਦਿੱਤਾ ਜੀ। ਜੋ ਸਤਿਗੁਰੂ ਨੇ ਇਹ ਗੱਲ ਦੱਸੀ ਨਾ, ਤੁਸੀਂ ਵੀ ਸਵਾਲ ਕੀਤਾ ਹੋ ਵੀ ਫਿਰ ਕਾਲਾ ਸੱਪ ਜੀ ਉਹ ਗੁਰੂ ਸਾਹਿਬ ਨੇ ਕਿਉਂ ਮਾਰਿਆ, ਤਾਂ ਤੇ ਸਿਰ ਕੇ ਮਰਵਾਤਾ। ਭਾਈ ਮਾਨ ਸਿੰਘ ਕੋਲ ਸਤਿਗੁਰੂ ਦਾ ਗੜਵਈ ਖੜਾ ਸੀਗਾ, ਤੇ ਉਹਦੇ ਰਾਹੀਂ ਸੰਵਾਦ ਚੱਲਦੇ ਹੁੰਦੇ ਸੀ, ਤੇ ਕੋਲ ਖੜਾ ਭਾਈ ਮਾਨ ਸਿੰਘ ਜਿਹੜਾ ਸੁਣ ਰਿਹਾ ਸੀਗਾ। ਭਾਈ ਮਾਨ ਸਿੰਘ ਜੀ ਕਹਿੰਦੇ ਸਤਿਗੁਰੂ ਜੀ ਕਾਂ ਤਾਂ ਚਲੋ ਸਿੱਖ ਦੇ ਸਿੱਖ ਤੋਂ ਮਰਵਾਤਾ, ਕਾਲਾ ਸੱਪ ਤੁਸੀਂ ਆਪ ਤੋਂ ਮਾਰਿਆ, ਉਹਨੂੰ ਮਾਰਨ ਦੇ ਪਿੱਛੇ ਕੀ ਭੇਜਿਆ। ਤੇ ਸਤਿਗੁਰੂ ਨੇ ਦੱਸਣਾ ਕੀਤਾ ਕਿ ਇਹ ਜਿਹੜਾ ਸਿੱਖ ਆ ਨਾ, ਜਿਹੜਾ ਇਹ ਸੱਪ ਸੀ, ਇਹ ਪਿਛਲੇ ਜਨਮ ਚ ਮਸੰਦ ਸੀਗਾ। ਠੀਕ ਹੈ, ਸਾਡੇ ਮੋਹਤਬਰ ਸਿੱਖਾਂ ਦੇ ਵਿੱਚੋਂ ਸੀ, ਮਸੰਦ ਸੀਗਾ, ਮੋਹਤਬਰ ਸਿੱਖਾਂ ਦੇ ਵੱਡਾ ਸਿੱਖ ਮਸੰਦ ਸੀਗਾ, ਤੇ ਗੁਰੂ ਦੀ ਕਾਰਪੇਟ ਲਿਆਉਂਦਾ ਹੁੰਦਾ ਸੀ। ਹਾਂਜੀ, ਪਰ ਗੁਰੂ ਦੀ ਲਿਆਂਦੀ ਹੋਈ ਕਾਰਪੇਟ ਦੇ ਵਿੱਚੋਂ ਚੋਰੀ ਕਰ ਲੈਂਦਾ ਸੀ। ਠੀਕ ਹੈ, ਲਿਆਉਂਦਾ ਸੀ ਗੁਰੂ ਦੀ ਕਾਰਪੇਟ, ਸੰਗਤਾਂ ਦਿੰਦੀਆਂ ਸੀ, ਤੇ ਗੁਰੂ ਦੀ ਕਾਰਪੇਟ ਦੇ ਵਿੱਚੋਂ ਇਹਨੇ, ਸਤਿਗੁਰੂ ਨੇ ਵੈਸੇ ਹੁਕਮ ਕੀਤਾ ਹੋਇਆ ਕਿ ਗੁਰੂ ਦਾ ਦਿੱਤਾ ਹੋਇਆ ਦਸ਼ਵੰਧ ਜੇ ਤੁਹਾਨੂੰ ਕੋਈ ਦਿੰਦਾ ਆ, ਤੇ ਜੇ ਤੁਸੀਂ ਫੁੱਲ ਟਾਈਮ ਪੂਰਾ ਟਾਈਮ ਗੁਰੂ ਦੀ ਸੇਵਾ ਦੇ ਉੱਤੇ ਆ, ਤੇ ਤੁਹਾਨੂੰ ਆਪਣੇ ਨਿਰਵਾਹ ਲਈ ਚਾਹੀਦਾ, ਤੇ ਤੁਸੀਂ ਲੋੜ ਗੋਚਰਾ ਲੈ ਸਕਦੇ ਆ। ਇਹ ਸਤਿਗੁਰੂ ਨੇ, ਇਹ ਨਹੀਂ ਕਿ ਇਸੇ ਕਰਕੇ
ਗ੍ਰੰਥੀ ਦੀ, ਰਾਗੀ ਦੀ, ਢਾਡੀ ਦੇ ਘਰਾਂ ਦੇ ਪਰਿਵਾਰਾਂ ਦੇ ਖਰਚਿਆਂ ਦੇ ਲਈ ਜਿਹੜੇ ਪ੍ਰਚਾਰਕ ਆ ਉਹਨਾਂ ਦੇ ਖਰਚਿਆਂ ਦੀ ਜ਼ਿੰਮੇਵਾਰੀ ਵੀ ਸੰਗਤ ਦੀ ਆ। ਸਤਿਗੁਰੂ ਨੇ ਕਿਹਾ ਹੋਇਆ, ਸਤਿਗੁਰੂ ਢਾਲਾਂ ਭਰ ਭਰ ਕੇ ਦਿੰਦੇ ਹੁੰਦੇ, ਸੰਗਤ ਦੀ ਮਾਇਆ ਚ ਦਿੰਦੇ ਸੀ ਨਾ ਜੀ, ਕਵੀਆਂ ਨੂੰ ਵੀ ਦਿੰਦੇ ਹੁੰਦੇ ਸੀ। ਪਰ ਜੇ ਘਰ ਦੇ ਨਿਰਵਾਹ ਲਈ ਲੋੜ ਆ, ਜੇ ਪੂਰਾ ਟਾਈਮ ਉਹ ਸੇਵਾ ਦੇ ਵਿੱਚ ਆ, ਹਾਂਜੀ, ਪਰ ਜੇ ਉਹਦੇ ਘਰ ਦੇ ਨਿਰਵਾਹ ਲਈ ਉਹਦੇ ਕੋਲ ਕੰਮਕਾਰ ਕੋਈ ਹੋਰ ਹੈਗਾ ਆ, ਫਿਰ ਉਹਨੂੰ ਇਹ ਪੂਜਾ ਦਾ ਧਾਨ ਨਹੀਂ ਲੈਣਾ ਚਾਹੀਦਾ। ਫਿਰ ਉਹ ਸੇਵਾ ਨਹੀਂ ਰਹਿੰਦੀ, ਪਰਾ ਲੱਭਤ ਨਹੀਂ ਰਹਿੰਦੀ, ਫਿਰ ਇਹ ਪੂਜਾ ਦਾ ਧਾਨ ਬਣ ਜਾਂਦਾ, ਉਹਨੂੰ ਨਹੀਂ ਲੈਣਾ ਚਾਹੀਦਾ। ਇਹ ਸਤਿਗੁਰੂ ਨੇ ਦੇ ਕੀਤੇ ਹੋਏ ਹੁਕਮਨਾਮਿਆਂ ਦੇ ਵਿੱਚ ਵਰਦਾਨ ਹੈਗੇ ਆ। ਸੋ ਉਹ ਜਿਹੜਾ ਮਸੰਦ ਸੀਗਾ ਉਹਦੇ ਵਿੱਚੋਂ ਆਪਣਾ ਵੀ ਕੰਮਕਾਰ ਸੀ, ਉਹਦੇ ਵਿੱਚੋਂ ਨੇ ਆਪਣੀ ਜਾਇਦਾਦਾਂ ਵੀ ਬਣਾਈਆਂ, ਵੱਡੇ ਵੱਡੇ ਮਸੰਦਾਂ ਵੀ ਬਣਾਈਆਂ ਸੀਗੀਆਂ। ਕਈਆਂ ਨੇ ਪਿੰਡ ਬੰਨੇ, ਆਪਾਂ ਭੂੰਦ ਦੀ ਗੱਲ ਕਰਕੇ ਹਟਿਆ, ਮੇਰ ਬਨਸੋਟੀ ਦਾ ਮਸੰਦ ਸੀ, ਦੀਵਾਨ ਸੀਗਾ, ਪਿੰਡ ਵੀ ਬੰਨਿਆ ਹੋਇਆ ਸੀ। ਖੈਰ ਜਦੋਂ ਆਪਣੇ ਕਾਰੋਬਾਰ ਹੁਣ ਉਦੋਂ ਵਿੱਚੋਂ ਕੁਝ ਨਹੀਂ ਲੈਣਾ ਚਾਹੀਦਾ, ਜੀ, ਜੀ, ਉਦੋਂ ਉੱਥੇ ਸਬਰ ਤੇ ਸਿੱਧਕ ਰੱਖਣਾ ਚਾਹੀਦਾ। ਉਦੋਂ ਸਗੋਂ ਦਸ਼ਵੰਧ ਕਾਰੋਬਾਰ ਚੋਂ ਕੱਢ ਕੇ ਦੇਣਾ ਚਾਹੀਦਾ, ਦੇਣ ਦੀ ਪਿਰਤ ਆ, ਫਿਰ ਲੈਣ ਦੀ ਪਿਰਤ ਨਹੀਂ। ਪਰ ਜੇ ਤੁਹਾਡੇ ਘਰ ਦਾ ਗੁਜ਼ਾਰਾ ਨਹੀਂ ਹੈਗਾ, ਤੁਸੀਂ ਫੁੱਲ ਟਾਈਮ ਸੇਵਾ ਦੇ ਵਿੱਚ ਆ, ਪ੍ਰਚਾਰਕ ਆ, ਰਾਗੀਆਂ, ਢਾਡੀਆਂ, ਪ੍ਰਚਾਰਕ ਆ, ਗ੍ਰੰਥੀਆਂ, ਪੂਰਾ ਟਾਈਮ ਤੁਸੀਂ ਗੁਰੂ ਨੂੰ ਸਮਰਪਿਤ ਕੀਤਾ ਹੋਇਆ, ਤੇ ਫਿਰ ਤੁਹਾਡੇ ਘਰ ਦਾ ਪਰਿਵਾਰ ਦਾ ਗੁਜ਼ਾਰਾ ਜਿਹੜਾ ਆ ਉਹ ਜ਼ਿੰਮੇਵਾਰੀ ਸੰਗਤ ਦੀ ਬਣਦੀ ਆ, ਔਰ ਵਧੀਆ ਨਿਰਵਾਹ ਹੋਣਾ ਚਾਹੀਦਾ। ਇਹ ਗੱਲ ਸੰਗਤ ਨੂੰ ਸਤਿਗੁਰੂ ਦਾ ਹੁਕਮ ਆ ਕਿ ਤੁਸੀਂ ਖਿਆਲ ਰੱਖਣਾ ਆਪਣਾ। ਹਾਲੇ ਕਿ ਅਸੀਂ ਜਿੱਦਾਂ ਪੱਧਰ ਤੇ ਖਿਆਲ ਰੱਖਣਾ ਚਾਹੀਦਾ, ਮੈਨੂੰ ਲੱਗਦਾ ਅਸੀਂ ਉੱਡੇ ਪੱਧਰ ਤੇ ਖਿਆਲ ਨਹੀਂ ਰੱਖਦੇ। ਸਾਡੇ 'ਚ ਇੱਕ ਬਿਰਤੀਆਂ ਆ ਗਈਆਂ, ਅਸੀਂ ਆਲੇ ਦੁਆਲੇ ਤਾਂ ਦਿੰਦੇ ਆ, ਪਰ ਅਸੀਂ ਗੁਰੂ ਕੇ ਗ੍ਰੰਥੀ ਨੂੰ, ਗੁਰੂ ਕੇ ਰਾਗੀ ਨੂੰ, ਗੁਰੂ ਕੇ ਢਾਡੀ ਨੂੰ, ਗੁਰੂ ਕੇ ਪ੍ਰਚਾਰਕ ਨੂੰ, ਗੁਰੂ ਦੀ ਗੱਲ ਕਰਨ ਵਾਲਿਆਂ ਨੂੰ ਉਹ ਮਾਨਤਾ ਨਹੀਂ ਦਿੰਦੇ ਜਿਹੜੀ ਦੇ ਉਹ ਹੱਕਦਾਰ ਆ। ਖੈਰ ਕਹਿ ਦਿੰਦੇ ਗੁਰੂ ਕੇ ਵਜੀਰ, ਪਰ ਸਤਿਕਾਰ ਉੱਡਾ ਨਹੀਂ ਦਿੰਦੇ ਜਿੱਡੇ ਦੇ ਉਹ ਹੱਕਦਾਰ। ਖੈਰ ਦੇਣਾ ਚਾਹੀਦਾ। ਤੇ ਸਤਿਗੁਰੂ ਕਹਿੰਦੇ ਸਾਡਾ ਮਸੰਦ ਸੀਗਾ, ਕਾਰਪੇਟ ਜਿਹੜੀ ਆਉਂਦੀ ਸੀ ਉਹਦੇ ਚੋਂ ਕਾਰਪੇਟ ਚੋਰੀ ਕਰ ਲੈਂਦਾ ਸੀ। ਉਹ ਕਾਰਪੇਟ ਚੋਰੀ ਵੀ ਜ਼ਿਆਦਾ ਕਰਦਾ ਸੀ, ਹਾਂਜੀ, ਜਮਾ ਕਰ ਲੈਂਦੇ ਸੀ, ਆਪਣੇ ਗੁਜ਼ਾਰੇ ਜੋਗਾ ਹੈਗਾ ਸੀ ਤੇ ਫਿਰ ਜਮਾ ਕਰ ਲੈਂਦਾ ਹੁੰਦਾ ਸੀ ਆਪਣੇ ਕੋਲ। ਤੇ ਜਿਹੜੀ ਜਮਾ ਕਰ ਕਰਕੇ ਨੇ ਮਾਇਆ ਰੱਖੀ ਹੋਈ ਸੀਗੀ, ਜੀ, ਮਰਦੇ ਹੋਏ ਦੀ ਜਿਹੜੀ ਬਿਰਤੀ ਸੀਗੀ, ਹਾਂਜੀ, ਉਹ ਮਾਇਆ 'ਚ ਸੀ, ਉਸ ਮਾਇਆ ਦੇ ਵਿੱਚ, ਜੀ, ਜੀ। ਤੇ ਉਹ ਮਰਦੇ ਹੋਏ ਦੀ ਬਿਰਤੀ ਉਸ ਮਾਇਆ ਦੇ ਵਿੱਚ ਆ, ਤੇ ਉਸ ਬਿਰਤੀ ਕਰਕੇ ਕਹਿੰਦੇ ਉਹਨਾਂ ਵੀ ਸੱਪ ਬਣ ਕੇ ਤੂੰ ਮਾਇਆ ਦੇ ਬਿਨਾਂ ਆਪਾਂ ਕਹਿ ਹੀ ਦਿੰਦੇ ਨਾ ਵੀ ਜਿਹੜੇ ਬੰਦੇ ਦੀ ਮਰਦੇ ਹੋਏ ਦੀ ਬਿਰਤੀ ਮਾਇਆ 'ਚ ਹੋਵੇ, ਪੈਸੇ 'ਚ ਹੋਵੇ, ਤੇ ਉਹ ਫਿਰ ਉਸ ਪੈਸੇ ਦੇ ਉੱਤੇ ਨਾਗ ਬਣ ਕੇ ਬੈਠਦਾ ਹੁੰਦਾ। ਕਹਿੰਦੇ ਤੇ ਸੋ ਇਹਦਾ ਜਨਮ ਜਿਹੜਾ ਅਗਲੀ ਜਿਹੜੀ ਜੋਨੀ ਸੀ ਇਹਦੀ ਸੱਪ ਦੀ ਜੋਨੀ ਆ ਗਈ, ਜੀ, ਜੀ। ਵੈਸੇ ਮੈਨੂੰ ਇੱਕ ਗੁਰਬਾਣੀ ਦਾ ਸ਼ਬਦ ਇੱਥੇ ਯਾਦ ਆ ਗਿਆ। ਅਸੀਂ ਇਹ ਲੋਕ ਕਹਾਵਤ ਹੀ ਨਹੀਂ ਕਿ ਜੇ ਕਿਤੇ ਬਹੁਤ ਜ਼ਿਆਦਾ ਬੰਦਾ ਪੈਸੇ ਨੂੰ ਪਿਆਰ ਕਰਦਾ, ਪੈਸੇ ਹੀ ਗਿਣਦਾ ਰਹਿੰਦਾ, ਬੈਂਕ 'ਚ ਕਿੰਨੇ ਪਏ ਆ, ਮੇਰੀ ਤਿਜੋਰੀ 'ਚ ਕਿੰਨੇ ਪਏ, ਪੈਸੇ ਉੱਤੇ ਬੈਠਾ, ਆਪਾਂ ਕਹਿੰਦੇ ਨਾ ਪੈਸੇ ਤੇ ਸੱਪ ਬਣ ਕੇ ਬੈਠਾ ਆ, ਜੀ, 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 ਇਹੀ ਹੈ ਨਾ, ਜੀ। ਇਹ ਗੱਲ ਗੁਰਬਾਣੀ ਵੀ ਕਹਿੰਦੀ, ਹਾਂਜੀ, ਹਾਂਜੀ। ਭਗਤ ਤਰਲੋਚਨ ਜੀ ਦਾ ਸ਼ਬਦ ਆ ਕਿ ਮਨੁੱਖ ਨੂੰ ਉਹਦੀ ਕਾਮਨਾ ਕਰਕੇ ਅਗਲੀਆਂ ਜੋਨਾਂ ਕਿੱਦਾਂ ਮਿਲਦੀਆਂ, ਇਹ ਸ਼ਬਦ ਆ, ਔਰ ਬੜਾ ਸਪਸ਼ਟ ਸ਼ਬਦ ਆ, ਗੁਜਰੀ ਰਾਗ ਦੇ ਵਿੱਚ ਆ। ਭਗਤ ਤਰਲੋਚਨ ਜੀ ਦਾ ਸ਼ਬਦ ਆ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 526 ਦੇ ਉੱਤੇ ਸ਼ਬਦ ਆ। ਸ਼ਬਦ ਹੈ ਜੀ, ਹਾਂਜੀ, ਅੰਤ ਕਾਲ ਜੋ ਲక్ష్ਮੀ ਸਿਮਰੈ, ਐਸੀ ਚਿੰਤਾ ਮੈਂ ਜਿਹ ਮਰੇ, ਸਰਪ ਜੋਨ ਵਲ ਵਲ ਉਤਰੇ। ਆਖਣ ਪਹਿਲੀ ਪੰਕਤੀ ਉਸੇ ਦੀ, ਹਾਂਜੀ, ਕਿ ਅੰਤ ਦੇ ਵੇਲੇ ਜਦੋਂ ਤੇਰੇ ਸਵਾਸ ਨਿਕਲ ਰਿਹਾ ਆ, ਜੀ, ਉਸ ਤੱਕ ਵੀ ਜਦੋਂ ਤੇਰਾ ਸਿਖਰ ਆ ਗਿਆ, ਤੇਰੇ ਸਵਾਸ ਨਿਕਲ ਰਿਹਾ ਆ, ਅੰਤ ਕਾਲ ਜੋ ਲక్ష్ਮੀ ਸਿਮਰੇ, ਐਸੀ ਚਿੰਤਾ ਮੈਂ ਜੇ ਮਰੇ, ਸਰਪ ਜੋਨ ਵਲ ਵਲ ਉਤਰੇ। ਉਹ ਵਾਰ-ਵਾਰ ਸੱਪ ਦੀ ਜੋਨੀ ਚ ਆਊਗਾ, ਜੀ, ਉਹਦਾ ਵਾਰ-ਵਾਰ ਉਤਰੇ ਆਊਗਾ, ਜਨਮ ਲਊਗਾ, ਦੁਬਾਰਾ ਅਵਤਾਰ ਲਊਗਾ ਉਹਦੇ ਚ, ਯਾਨੀ ਕਿ ਉਹਦੇ ਚ ਆਊਗਾ, ਅਵਤਾਰ ਲਊਗਾ, ਉਤਰੇ ਮੀਨ ਜਨਮ ਲਊਗਾ ਉਹਦੇ ਚ, ਵਾਰ-ਵਾਰ ਉਹਦਾ ਸਰਪ ਜੋਨ ਦੇ ਵਿੱਚ ਜਨਮ ਹੋਊਗਾ, ਜਿਹੜਾ ਅੰਤਕਾਲ ਲక్ష్ਮੀ ਸਿਮਰਦਾ। ਤੇ ਇਹੀ ਗੱਲ ਗੁਰਬਾਣੀ ਨੇ ਕਹੀ, ਇਹੀ ਗੱਲ ਆਪਾਂ ਸਾਖੀ ਚ ਵੀ ਕਹਿ ਰਹੇ ਹਾਂ। ਤੇ ਇਸ ਸ਼ਬਦ ਦੀ ਰਹਾਉ ਵਾਲੀ ਪੰਕਤੀ ਆ, ਅਰੀ ਭਾਈ ਗੋਬਿੰਦ ਨਾਮ ਮਤ ਵਿਸਰੇ ਰਹਾਉ। ਇੱਕੋ ਪੰਕਤੀ ਦਾ ਰਹਾਉ ਕਿ ਦੇਖ ਮੇਰੀ ਭੈਣ, ਮੇਰੇ ਭਰਾ ਆ, ਤੈਨੂੰ ਅਰੀ ਬਾਈ, ਆਪਾਂ ਬਾਈ ਮਾਲਵੇ ਦੇ ਵਿੱਚ ਭਰਾ ਨੂੰ ਕਹਿ ਦਿੰਦੇ ਹਾਂ, ਪਰ ਜਿੱਥੇ ਦੇ ਭਾਈ ਤਰਲੋਚਨ ਜੀ ਆ ਮਹਾਰਾਸ਼ਟਰ ਦੇ, ਉੱਥੇ ਬਾਈ ਜਿਹੜਾ ਆ ਉਹ ਔਰਤ ਨੂੰ ਕਿਹਾ ਜਾਂਦਾ। ਅਰੀ ਬਾਈ ਇਹ ਮੇਰੀ ਭੈਣਾ, ਭੈਣ ਨੂੰ ਕਿਹਾ ਜਾਂਦਾ। ਭਰਾ ਤੇ ਭੈਣ ਦੋਨੇ ਆਪਾਂ ਕਹਿ ਲਈਏ ਕਿ ਮੇਰੇ ਭਰਾਵੋ ਤੇ ਭੈਣੋ, ਇਹ ਗੱਲ ਪੱਲੇ ਬੰਨ ਲਓ। ਅਰੀ ਬਾਈ ਗੋਬਿੰਦ ਨਾਮ ਮਤ ਵਿਸਰੇ, ਤੈਨੂੰ ਪ੍ਰਮਾਤਮਾ ਦਾ ਨਾਮ ਕਦੀ ਵਿਸਰਨਾ ਨਹੀਂ ਚਾਹੀਦਾ। ਤੇਰਾ ਪਾਰ ਉਤਾਰਾ ਇਸੇ ਗੱਲ 'ਚ ਆ। ਤੇ ਫਿਰ ਉਹ ਸ਼ਬਦ ਦੀ ਗਾਂ ਚਲਦੀ ਹੈ, ਮੇਰੇ ਖਿਆਲ ਸਾਰਾ ਸ਼ਬਦ ਪੜ੍ਹਦੇ ਹਾਂ, ਗੱਲ ਸਪਸ਼ਟ ਕਰਦੀ ਹੈ, ਜੀ, ਜੀ। ਅਗਲੀ ਪੰਕਤੀ ਆ, ਅੰਤ ਕਾਲ ਜੋ ਇਸਤਰੀ ਸਿਮਰੈ, ਐਸੀ ਚਿੰਤਾ ਮੈਂ ਜੈ ਮਰੇ, ਬੇਸਵਾ ਜੋਨ ਵਲ ਵਲ ਉਤਰੇ। ਜੇ ਉਹਦਾ ਧਿਆਨ ਆਪਣੀ ਔਰਤ ਦੇ ਵਿੱਚ ਹੀ ਆ,
ਅੰਤ ਦੇ ਸਮੇਂ ਦੇ ਵਿੱਚ ਜਦੋਂ ਦਾ ਸਵਾਸ ਨਿਕਲਦਾ ਆ ਉਦੋਂ ਵੀ ਮੁਕਤ ਨਹੀਂ ਹੋਇਆ ਤੇ ਫਿਰ ਉਹ ਅਗਲੇ ਜਨਮ ਜਿਹੜੇ ਆ ਵਾਰ-ਵਾਰ ਵੇਸਵਾ ਦੀ ਜੂਨ ਆਉਣਗੇ। ਇਹ ਭਗਤ ਲੋਚਨ ਜੀ ਨੇ ਐਲਾਨ ਕੀਤਾ ਹੋਇਆ। ਅਗਲੀ ਪੰਕਤੀ ਹੈ, ਅੰਤ ਕਾਲ ਜੋ ਲੜਕਾ ਸਿਮਰੇ ਐਸੀ ਚਿੰਤਾ ਮੈਂ ਜੈ ਮਰੇ, ਸ਼ੂਕਰ ਜੋਨ ਵਲ ਵਲ ਔਤਰੇ। ਕਿ ਜੇ ਅੰਤ ਕਾਲ ਆਪਣੇ ਪੁੱਤਰਾਂ ਤੇ ਧੀਆਂ ਦਾ ਹੀ ਸਿਮਰਨ ਕਰੀ ਜਾਂਦਾ, ਔਲਾਦ ਦਾ ਹੀ ਸਿਮਰਨ ਕਰਦਾ, ਲੜਕੇ ਕਿਆ ਇੱਥੇ ਪਰ ਔਲਾਦ ਕਰਨਾ ਚਾਹੀਦਾ, ਧੀਆਂ ਤੇ ਪੁੱਤਰਾਂ ਸਾਰਿਆਂ ਦਾ ਸਿਮਰਨ ਕਰੀ ਜਾਂਦਾ, ਲੜਕਿਆਂ ਦਾ ਸਿਮਰਨ ਕਰੀ ਜਾਂਦਾ, ਲੜਕਿਆਂ ਦਾ ਬੱਚਿਆਂ ਦਾ ਔਲਾਦ ਦਾ ਹੀ ਸਿਮਰਨ ਕਰੀ ਜਾਂਦਾ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ, ਸ਼ੂਕਰ ਜੋਨ ਵਲ ਵਲ ਉਤਰੇ। ਉਹਨੂੰ ਸੂਰ ਦੀ ਜੋਨ ਮਿਲੂਗੀ। ਸ਼ੂਕਰ ਸੂਰ, ਕੁੱਕਰ ਹੁੰਦਾ ਕੁੱਤਾ, ਸ਼ੂਕਰ ਹੁੰਦਾ ਸੂਰ, ਉਹਨੂੰ ਸੂਰ ਦੀ ਜੋਨ, ਕਿਉਂਕਿ ਸੂਰ ਦੇ ਬੱਚੇ ਬਹੁਤ ਹੁੰਦੇ ਆ ਨਾ। ਹਾਂਜੀ ਹਾਂਜੀ। ਤੇ ਸੂਰ ਦੀ ਜੋਨ ਉਹਨੂੰ ਵਲ ਵਲ ਕੇ ਦੁਬਾਰਾ ਵਾਰ-ਵਾਰ ਉਹ ਸੂਰ ਦੀ ਜੂਨ ਦੇ ਵਿੱਚ ਉਹਨੂੰ ਪਤਾ ਨਹੀਂ ਕਿੰਨੀ ਵਾਰੀ ਆਉਣਾ ਪਏਗਾ। ਅੰਤ ਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮੈਂ ਜੋ ਮਰੇ, ਪ੍ਰੇਤ ਜੋਨ ਵਲ ਵਲ ਔਤਰੇ। ਮੰਦਰ ਦਾ ਮਤਲਬ ਘਰ, ਮਕਾਨ। ਉਹਦਾ ਮੰਦਰ ਪ੍ਰਮਾਤਮਾ ਨੂੰ ਕਹਿੰਦੇ ਨੇ। ਹਾਂਜੀ ਹਾਂਜੀ। ਪਰ ਆਪਾਂ ਮੰਦਰ ਘਰ ਨੂੰ ਵੀ ਕਹਿ ਦਿੰਦੇ ਆ, ਮਕਾਨ ਨੂੰ ਵੀ ਕਹਿ ਦਿੰਦੇ ਮਕਾਨ। ਅੰਤ ਕਾਲ ਜੋ ਮੰਦਰ ਸਿਮਰੇ, ਅੰਤ ਕਾਲ ਜੋ ਮਕਾਨ ਸਿਮਰਦਾ, ਆਪਣੇ ਘਰ ਹੀ ਸਿਮਰਦਾ, ਵੱਡੀਆਂ ਵੱਡੀਆਂ ਕੋਠੀਆਂ ਸਿਮਰੀ ਜਾਂਦਾ, ਮੇਰੀ ਕੋਠੀ ਆ, ਮੇਰਾ ਘਰ ਆ, ਵੀ ਮੰਦਰ ਦੀ ਮੇਰੀ ਕੋਠੀ ਦਾ ਗੱਲ। ਬਟ ਮੇਰੇ ਤਾਂ ਮਹਿਲ ਆ ਜੀ, ਆਪਣੇ ਮਹਿਲਾਂ ਨੂੰ ਕਰੀ ਜਾਂਦਾ। ਅੰਤ ਕਾਲ ਜੋ ਮੰਦਰ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਕਿ ਹੁਣ ਮੈਂ ਤਾਂ ਮੇਰੀ ਮੌਤ ਆ ਗਈ, ਇੱਥੇ ਕੌਣ ਰਹੂਗਾ? ਤੇ ਕਹਿੰਦਾ ਫਿਰ ਹੋਰ ਨਹੀਂ ਕੋਈ ਰਹੂਗਾ। ਪ੍ਰੇਤ ਜੋਨ ਵਲ ਵਲ ਔਤਰੇ, ਤੂੰ ਪ੍ਰੇਤ ਦੀ ਜੋਨ ਚ ਆ ਕੇ, ਭੂਤ ਪ੍ਰੇਤ ਦੀ ਜੋਨ ਚ ਆ ਕੇ ਵਾਰ-ਵਾਰ ਉਹ ਜੋਨਾਂ ਦੇ ਵਿੱਚ, ਜੋਨ ਦੇ ਵਿੱਚ ਆ ਕੇ ਤੂੰ ਹੀ ਰਹੇਗਾ ਉਸ ਮੰਦਰ ਦੇ। ਕੋਈ ਛੱਡਣ ਦਾ ਤੇਰੀ ਰੁਚੀ ਛੱਡਣ ਦੀ ਨਹੀਂ। ਇਹ ਮਤਲਬ ਜਿਹੜੀ ਬਿਰਤੀ ਹੈ ਸਾਡੀ, ਬਿਰਤੀ ਤੁਹਾਡੀ ਹੀ ਤੁਹਾਡੀ ਜੋਨ ਆ। ਇੱਥੇ ਗੱਲ, ਬਿਰਤੀ ਤੁਹਾਡੀ ਹੀ ਤੁਹਾਡੀ ਜੋਨ ਹੈ। ਜਿਹੋ ਜੀ ਬਿਰਤੀ ਉਹੋ ਜੀ ਜੋਨ, ਜਿਹੋ ਜੀ ਬਿਰਤੀ ਉਹੋ ਜੀ ਜੋਨ। ਤੇ ਮਨੁੱਖ ਜਿਉਂਦਾ ਹੋਇਆ ਵੀ ਕਈ ਵਾਰੀ ਆਪਣੀ ਬਿਰਤੀ ਦੇ ਨਾਲ ਕਦੀ ਕਾਂ ਦੀ ਜੂਨ ਹਟਾਉਂਦਾ, ਕਦੀ ਸੱਪ ਦੀ ਜੂਨ ਹਟਾਉਂਦਾ, ਕਦੀ ਪ੍ਰੇਤ ਦੀ ਜੂਨ ਹਟਾਉਂਦਾ, ਕਦੀ ਵੇਸ਼ਵਾ ਦੀ ਜੂਨ ਹਟਾਉਂਦਾ, ਕਦੀ ਕੋਈ ਜੂਨ ਹਟਾਉਂਦਾ, ਕਦੀ ਕੋਈ ਜੂਨ ਹਟਾਉਂਦਾ। ਮਨੁੱਖ ਆਪਣੀ ਬਿਰਤੀ ਦੇ ਨਾਲ ਵੀ ਜੂਨਾ ਹਟਾਉਂਦਾ ਹੈ ਜੀ। ਤੇ ਅੰਤਲੀਆਂ ਪੰਕਤੀਆਂ ਸ਼ਬਦੀਆਂ, ਅੰਤ ਕਾਲ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ, ਬਦਤ ਲੋਚਨ ਤੇ ਨਰ ਮੁਕਤਾ, ਪਤੰਬਰ ਵਾਂਕੈ ਹਿਰਦੇ ਵਸੇ। ਕਿ ਅੰਤ ਕਾਲ ਨਾਰਾਇਣ ਸਿਮਰੇ, ਜਿਹੜਾ ਅੰਤ ਕਾਲ ਨਾਰਾਇਣ ਨੂੰ ਸਿਮਰਦਾ ਹੈ, ਹਾਂਜੀ, ਆਪਣੇ ਜਦੋਂ ਸਵਾਸ ਜਾ ਰਿਹਾ ਉਦੋਂ ਨੂੰ ਸਿਰਫ ਪ੍ਰਮਾਤਮਾ ਹੀ ਚੇਤੇ ਚ ਆ, ਹੋਰ ਕੋਈ ਚੇਤੇ ਚ ਨਹੀਂ ਜੀ ਜੀ। ਐਸੀ ਚਿੰਤਾ ਮੈਂ ਜੇ ਮਰੇ, ਤੇ ਪ੍ਰਮਾਤਮਾ ਦਾ ਸਿਮਰਨ ਕਰਦਿਆਂ 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 ਉਹਦੀ ਜਾਨ ਨਿਕਲ ਜਾਂਦੀ ਆ। ਬਦਤ ਲੋਚਨ ਤੇ ਨਰ ਮੁਕਤਾ। ਤਰਲੋਚਨ ਜੀ ਕਹਿੰਦੇ ਆ ਕਿ ਉਹਨਾਂ ਦੇ ਬਚਨ ਆ ਇਹ, ਬਦਤ ਤਰਲੋਚਨ ਤੇ ਨਰ ਮੁਕਤਾ ਹੈ। ਤਰਲੋਚਨ ਤੂੰ ਆਖਦੇ ਹੁਣ, ਭਗਤ ਤਰਲੋਚਨ ਜੀ ਦਾ ਸ਼ਬਦ ਆ ਕਿ ਤੇ ਨਰ ਮੁਕਤਾ, ਉਹ ਮੁਕਤ ਹੋ ਗਿਆ ਜਿਹਨੂੰ ਪ੍ਰਮਾਤਮਾ ਯਾਦ ਆ। ਪਤੰਬਰ ਵਾਂਕੇ ਹਿਰਦੇ ਵਸੇ, ਕਿਉਂਕਿ ਉਹਦੇ ਪਤੰਬਰ ਪ੍ਰਮਾਤਮਾ ਉਹਦੇ ਹਿਰਦੇ ਅੰਦਰ ਵਸਿਆ ਹੋਇਆ ਸੀ ਜੀ, ਹਿਰਦੇ ਅੰਦਰ ਵਸਿਆ ਸੀ। ਜਿਹਦੇ ਹਿਰਦੇ ਅੰਦਰ ਪ੍ਰਮਾਤਮਾ ਵਸਿਆ ਹੋਇਆ ਆ, ਉਹਨੂੰ ਕੋਈ ਕਿਸੇ ਹੋਰ ਜੋਨ ਚ ਕਿੱਦਾਂ ਪਾ ਸਕਦਾ? ਉਹ ਤਾਂ ਫਿਰ ਨਾਰਾਇਣ ਦੇ ਵਿੱਚ ਹੀ ਰਲ ਜੂਗਾ। ਇੱਥੇ ਇੱਕ ਗੱਲ ਜਿਹੜੀ ਹੈ ਨਾ ਥੋੜੀ ਰਮਜਦੀ ਆ ਇਸ ਸ਼ਬਦ ਦੇ ਵਿੱਚ। ਭਗਤ ਤਰਲੋਚਨ ਨੇ ਕਿਹਾ ਅੰਤ ਕਾਲ ਜੀ, ਬੇਅੰਤਮ ਸਮੇਂ, ਮਰਦੇ ਸਮੇਂ ਜੀ ਜੀ, ਜਿਹੋ ਜੀ ਤੇਰੀ ਬਿਰਤੀ ਹੋਊਗੀ ਉਹੋ ਜੀ ਤੈਨੂੰ ਜੋਨ ਮਿਲਣੀ ਆ। ਤੇ ਜੇ ਅੰਤ ਕਾਲ ਤੈਨੂੰ ਪ੍ਰਮਾਤਮਾ ਯਾਦ ਆ ਤੇ ਫਿਰ ਤੈਨੂੰ ਪ੍ਰਮਾਤਮਾ ਚ ਤੂੰ ਮੁਕਤ ਹੋ ਜਾਣਾ ਆ। ਹੁਣ ਬੰਦਾ ਜੇ ਥੋੜਾ ਜਿਹਾ ਹੁਸ਼ਿਆਰ ਹੋਵੇ ਤੇ ਕੋਈ ਸਾਰੀ ਉਮਰ ਜੋ ਮਰਜੀ, ਬਿਲਕੁਲ ਸਾਰੀ ਉਮਰ ਜੋ ਮਰਜੀ ਕਰਦੇ ਯਾਦ ਰੱਖਾਂਗੇ, ਜਦੋਂ ਮੌਤ ਆਊਗੀ ਹਾਂਜੀ ਉਦੋਂ ਤੇ ਉਦੋਂ ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਦੋਂ ਨਾਰਾਇਣ ਨਾਰਾਇਣ ਕਰਾਂਗੇ ਹਾਂਜੀ, ਤੇ ਆਪੇ ਨਾਰਾਇਣ ਨੇ ਮੁਕਤੀ ਹੋ ਜਾਣੀ ਆ ਜੀ ਜੀ। ਰਹਾਉ ਵਾਲੀ ਪੰਕਤੀ ਦੇ ਵਿੱਚ ਇਸ ਗੱਲ ਦਾ ਭਗਤ ਤਰਲੋਚਨ ਜੀ ਨੇ ਨਿਰਣਾ ਕਰ ਦਿੱਤਾ ਹੈ ਜੀ। ਅਰੇ ਭਾਈ ਗੋਬਿੰਦ ਨਾਮ ਮਤ ਵਿਸਰੇ, ਕਿ ਉਹ ਤੈਨੂੰ ਆਪਣੀ ਬਿਰਤੀ ਬਣਾਉਣ ਲਈ, ਕਿ ਤੈਨੂੰ ਮੌਤ ਦੇ ਸਮੇਂ ਵੀ ਪ੍ਰਮਾਤਮਾ ਹੀ ਯਾਦ ਰਹੇ। ਜੋ ਤੇਰੀ ਬਿਰਤੀ ਹੋਊਗੀ ਤੈਨੂੰ ਉਹ ਕੁਝ ਹੀ ਯਾਦ ਰਹਿਣਾ ਆ। ਇੱਥੇ ਗੱਲ ਥੋੜੀ ਜਿਹੀ ਮੈਂ ਰਹਾਉ ਚਾ ਕੇ ਕਵਾਂ। ਆਮ ਤੌਰ ਤੇ ਜਦੋਂ ਬੰਦੇ ਦਾ ਕੋਈ ਵੱਡੀ ਉਮਰ ਵਾਲਾ ਹੋ ਜਾਂਦਾ ਨਾ, ਹਾਂਜੀ, ਕੋਈ ਵੱਡੀ ਉਮਰ ਵਾਲਾ ਜਦੋਂ ਬੰਦਾ ਹੋ ਜਾਂਦਾ ਤੇ ਜਿਹੜੀਆਂ ਉਹਦੇ ਨੇੜੇ ਵਾਲੀਆਂ ਗੱਲਾਂ ਹੁੰਦੀਆਂ ਉਹਨੂੰ ਭੁੱਲਣ ਲੱਗ ਪੈਂਦੀਆਂ, ਆਲੇ ਦੁਆਲੇ ਵਾਲੀਆਂ ਜੀ ਜੀ ਜੀ। ਜਿਹੜੀਆਂ ਉਹਦੇ ਬਚਪਨ ਦੀਆਂ ਗੱਲਾਂ ਉਹਨੂੰ ਯਾਦ ਆਉਂਦੀਆਂ ਹਾਂਜੀ, ਉਹਨੂੰ ਆਪਣਾ ਬਚਪਨ ਯਾਦ ਆਉਂਦਾ, ਬਚਪਨ 'ਚ ਕੀ ਕੀਤਾ ਯਾਦ ਆਉਂਦਾ, ਜਵਾਨੀ 'ਚ ਕੀ ਕੀਤਾ ਉਹ ਵੀ ਯਾਦ ਆਉਂਦਾ, ਤੇ ਸਾਰੀ ਜ਼ਿੰਦਗੀ ਉਹਦੀ ਅੱਖਾਂ ਦੇ ਸਾਹਮਣੇ ਘੁੰਮਣ ਲੱਗ ਪੈਂਦੀ ਆ ਪਿਛਲੀ। ਪਰ ਜੋ ਸਾਹਮਣੇ ਹੁੰਦਾ ਉਹਦੇ ਬਾਰੇ ਉਹਨੂੰ ਪੂਰਾ ਪਤਾ ਨਹੀਂ ਹੁੰਦਾ ਜੀ ਜੀ। ਇਹਦਾ ਮਤਲਬ ਜਿਹੜੇ ਸਿਆਣੇ ਲੋਕ ਕਹਿੰਦੇ, ਕਿਉਂਕਿ ਹੁਣ ਉਹਦਾ ਅੰਤਮ ਸਮਾਂ ਆ ਗਿਆ, ਉਹਦਾ ਲੇਖੇ ਦਾ ਟਾਈਮ ਆ ਗਿਆ, ਉਹਦਾ ਜੋ ਕੁਝ ਜ਼ਿੰਦਗੀ 'ਚ ਕੀਤਾ ਉਹ ਸਾਰਾ ਕੁਝ ਸਾਹਮਣੇ ਆਉਣਾ ਹੈ ਜੀ।
ਉਹਨੂੰ ਸਾਰਾ ਕੁਝ ਯਾਦ ਹੋਣਾ ਚਾਹੀਦਾ ਤੇ ਉਹ ਯਾਦ ਹੋਣਾ ਸ਼ੁਰੂ ਹੋ ਗਿਆ ਆ ਤੇ ਉਹਦੇ ਤੇ ਉਹਨੇ ਆਪਣੇ ਆਪ ਨਾਲ ਨਿਰਣਾ ਕਰਨਾ ਆ ਕਿ ਮੈਂ ਕੀ ਕੁਛ ਕੀਤਾ ਸੀਗਾ। ਉਹਦੇ ਵੱਟੇ ਉਹਨੂੰ ਜੋ ਬਣ ਜਾਣੀ ਬਿਰਤੀ ਉਹ ਕੁਛ ਉਹਦੇ ਅੰਤ ਵੇਲੇ ਮੂੰਹ ਨਿਕਲਣਾ। ਜੇ ਉਹਨੇ ਸਾਰੀ ਜ਼ਿੰਦਗੀ ਮਾੜੇ ਕੰਮ ਹੀ ਕੀਤੇ ਆ ਤੇ ਜਦੋਂ ਮਰਨ ਲੱਗਾ ਉਹ ਕਿਤੇ ਪਛਤਾਵਾ ਜ਼ਰੂਰ ਰੱਖੂਗਾ, ਪਛਤਾਵਾ ਹੀ ਪਛਤਾਵਾ ਹੋਊਗਾ, ਉਹਨੂੰ ਰੱਬ ਦਾ ਨਾਂ ਚੇਤੇ ਨਹੀਂ ਆਉਣਾ। ਜਿਹੋ ਜੀ ਬਿਰਤੀ ਹਾਵੀ ਦੀ ਉਹੋ ਜਿਹੇ ਸ਼ਬਦ ਚੇਤੇ ਆਉਣੇ ਆ, ਉਹ ਚੇਤੇ ਆਉਣਾ ਉਹਨਾਂ ਨੇ ਵੀ ਬਚਪਨ ਚ ਇਹ ਸੀ ਉਹ ਸੀ ਆ ਸੀ ਜਵਾਨੀ ਵਾਲੇ ਆ ਕੀਤਾ ਜੀ ਇੱਥੇ ਜਾਤੀਆਂ ਕੀਤੀਆਂ। ਜੇ ਬੰਦਾ ਕਰਦਾ ਹੀ ਮਾੜਾ ਧਾੜਾ ਰਿਹਾ ਹੋਵੇ ਤੇ ਉਹਨੂੰ ਮਾੜਾ ਧਾੜਾ ਹੀ ਯਾਦ ਆਉਣੀਆਂ ਆ। ਉਹ ਅੰਤਮ ਸਮੇਂ ਜਿਹੜਾ ਉਹ ਸਮਾਂ ਨਹੀਂ, ਉਹਨੂੰ ਸਾਰੀ ਜ਼ਿੰਦਗੀ ਤਦੇ ਯਾਦ ਆਉਣੀ। ਲੋਕੀ ਜਿਹੜੇ ਸਿਆਣੇ ਬੰਦੇ ਕਹਿਣ ਲੱਗ ਪੈਂਦੇ ਆ ਇਹਨੂੰ ਹੁਣ ਬਚਪਨ ਚੇਤੇ ਆਉਣ ਲੱਗ ਪਿਆ, ਉਦੋਂ ਜ਼ਿਆਦੀਆਂ ਗੱਲਾਂ ਕਰਨ ਲੱਗ ਪਿਆ, ਵੱਡੀਆਂ ਹੁੰਦੇ ਸਮੇਂ ਦੀ ਗੱਲ ਨਹੀਂ ਕਰ ਰਿਹਾ। ਇਹਨੂੰ ਆਪਣੀ ਜ਼ਿੰਦਗੀ ਦੇ ਕਈ ਲਮੇ ਇਹੋ ਜਿਹੇ ਭੁੱਲੇ ਹੋਏ ਜਿਹੜੇ ਸੀ ਕਿ ਨਹੀਂ ਕਦੀ ਕਹਿ ਸੀ ਉਹ ਵੀ ਕਹਿਣ ਲੱਗ ਪਿਆ। ਇਹਦਾ ਮਤਲਬ ਇਹ ਮੌਤ ਦੇ ਨੇੜੇ ਆ ਜੀ ਜੀ ਜੀ। ਇਹ ਕਹਿੰਦੇ ਹੁੰਦੇ ਨਾ ਇਹ ਲੇਖਾ ਦੇਣਾ ਇਹਨੇ, ਇਹਨੂੰ ਹੁਣ ਸਾਰਾ ਕੁਝ ਯਾਦ ਆ ਰਿਹਾ ਤੇ ਲੇਖਾ ਆਤਮਾ ਹੀ ਪਰਮਾਤਮਾ ਆਪਣੀ ਆਤਮਾ ਦੇ ਮੂਹਰੇ ਨਾਲ ਨਾਲ ਲੇਖਾ ਦੇ ਰਿਹਾ। ਬੰਦਾ ਉਹ ਯਾਦ ਕਰ ਰਿਹਾ ਹੈਗਾ ਆ, ਪਰ ਇਹ ਸਾਰਾ ਕੁਝ ਉਹਦਾ ਮੁਕੱਦਰ ਵੀ ਗਾਂ ਲਈ ਬਣੀ ਜਾ ਰਿਹਾ। ਉਹਦੀ ਬਿਰਤੀ ਵੀ ਬਣ ਰਹੀ ਹੈਗੀ ਆ। ਉਹ ਉਦਾਂ ਦੀ ਬਿਰਤੀ ਉਦਾਂ ਦੀ ਸ਼ਬਦ ਯਾਦ ਉਹਨੇ ਉਦਾਂ ਦੀ ਗਾਂ ਜੂਨ ਉਹਦੇ ਲਈ ਜਿੱਦਾਂ ਦੇ ਉਹਨੇ ਕੰਮ ਕੀਤੇ ਉਦਾਂ ਦੀ ਜੂਨ ਦੇ ਵਿੱਚ ਪੈਣ ਦੀ ਤਿਆਰੀ ਹੋ ਰਹੀ ਉਹਦੀ। ਸੋ ਇਹ ਗੱਲ ਸੱਚ ਹੈ। ਔਰ ਭਗਤ ਤਲੋਚਨ ਜੀ ਇੱਥੇ ਕਹਿੰਦੇ ਵੀ ਅਰੀ ਭਾਈ ਗੋਬਿੰਦ ਨਾਮ ਮਤ ਵਿਸਰੇ, ਕਦੀ ਪ੍ਰਮਾਤਮਾ ਦਾ ਨਾਮ ਤੈਨੂੰ ਵਿਸਰੇ ਨਾ, 24 ਘੰਟੇ ਯਾਦ ਰਹੇ। ਕਿਉਂਕਿ ਜੇ ਸਦਾ ਯਾਦ ਰੱਖੇਗਾ ਤਾਂ ਹੀ ਅੰਤਮ ਸਮੇਂ ਪ੍ਰਮਾਤਮਾ ਯਾਦ ਰਹੂਗਾ, ਨਹੀਂ ਤਾਂ ਅੰਤਮ ਸਮਾਂ ਜਿਹੜਾ ਆ ਉਹ ਬੜਾ ਦੁਖਦਾਈ ਹੁੰਦਾ ਹੈ। ਮੌਤ ਜਿਹੜੀ ਆ ਬੜੀ ਸੌਖਾ ਤਰੀਕਾ ਨਹੀਂਗਾ। ਔਰ ਜਦੋਂ ਮੌਤ ਆਉਂਦੀ ਆ ਇੰਨੀ ਦੁਖਦਾਈ ਹੁੰਦੀ ਹੈ ਪ੍ਰਮਾਤਮਾ ਨਾਲ ਬੰਦਾ ਨਾ ਜੁੜਿਆ ਹੋਵੇ। ਜੇ ਸਾਹਿਬ ਬਣੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਵੇ। ਜੇ ਪ੍ਰਮਾਤਮਾ ਯਾਦ ਆ ਤੇ ਫਿਰ ਸਹਿਲਾ ਮਰਨਾ ਹੋਣਾ ਆ। ਤੇ ਪ੍ਰਮਾਤਮਾ ਤੈਨੂੰ ਤਾਂ ਯਾਦ ਰਹਿਣਾ ਜੇ ਤੂੰ ਪਹਿਲਾਂ ਉਹਨੂੰ ਯਾਦ ਕਰਦਾ ਰਿਹਾ। ਫਿਰ ਪ੍ਰਮਾਤਮਾ ਨਹੀਂ ਯਾਦ ਰਹਿਣਾ ਜਦੋਂ ਉਦੋਂ ਮੌਤ ਇਹਦੀ ਦੁਖਦਾਈ ਹੋਣੀ। ਤੈਨੂੰ ਜੋ ਕੁਝ ਤੂੰ ਕੀਤਾ, ਜੋ ਤੇਰੀ ਬਿਰਤੀ ਆ, ਉਸ ਬਿਰਤੀ ਨੇ ਹਾਵੀ ਹੋ ਕੇ ਤੇਰੇ ਸਾਹਮਣੇ ਆਉਣਾ ਆ ਜੀ ਜੀ। ਔਰ ਜਿਹੋ ਜੀ ਬਿਰਤੀ ਹੋਗੀ ਉਹੋ ਜੀ ਚੋਣ ਮਿਲਣੀ। ਇਸ ਕਰਕੇ ਇਹ ਨਾ ਸਮਝਿਓ ਕਿ ਅੰਤਕਾਲ ਅਸੀਂ ਉਦੋਂ ਰੱਬ ਦਾ ਨਾਂ ਜਪ ਲਾਂਗੇ ਤੇ ਉਦੋਂ ਨਹੀਂ ਜੇ ਜਪਿਆ ਜਾਣਾ। ਜੇ ਪਹਿਲਾਂ ਤੋਂ ਲੈ ਕੇ ਅੰਦਰ ਵਸਿਆ ਹੋਇਆ ਆ, ਕਿਤੇ ਆਪਣੀ ਦਿਨਚਰਿਆ ਦੇਖਿਆ ਕਰੋ। ਸਤਿਗੁਰੂ ਨੇ ਗੁਰੂ ਗੋਬਿੰਦ ਸਿੰਘ ਦਾ ਤਰੀਕਾ ਸਿਖਾਇਆ। ਗੁਰੂ ਗੋਬਿੰਦ ਸਿੰਘ ਦਾ ਜੀਵਨ ਚੱਲ ਰਿਹਾ, ਉਹਦੇ ਚ ਗੱਲ ਕਰਦੇ। ਸਤਿਗੁਰੂ ਕਹਿੰਦੇ ਆ ਸਵੇਰੇ ਉੱਠਿਆ ਅਕਾਲ ਪੁਰਖ ਪ੍ਰਮਾਤਮਾ ਤੇਰਾ ਸ਼ੁਕਰੀਆ ਜੀ, ਤੂੰ ਸਾਨੂੰ ਇੱਕ ਦਿਨ ਹੋਰ ਦਿੱਤਾ। ਹਾਂਜੀ ਤਾਂ ਪ੍ਰਸ਼ਾਦ। ਤੁਸੀਂ ਕਿਤੇ ਇਸ਼ਨਾਨ ਪਾਣੀ ਕੀਤਾ ਹੈ, ਚੰਗੇ ਕੱਪੜੇ ਪਾਉਣ ਲੱਗੇ ਆ ਤੇ ਤੇਰੇ ਕੱਪੜੇ ਚੰਗੇ ਆ, ਤੈਨੂੰ ਮਿਲ ਗਿਆ ਪਾਉਣ ਦੇ ਲਈ, ਤਾਂ ਪ੍ਰਸ਼ਾਦ ਜੀ, ਤੇਰਾ ਸ਼ੁਕਰੀਆ। ਤੂੰ ਹੀ ਤੂੰ, ਤੇਰਾ ਸ਼ੁਕਰੀਆ, ਤੇਰਾ ਧੰਨਵਾਦ, ਤਾਂ ਪ੍ਰਸ਼ਾਦ, ਤੇਰੀ ਕਿਰਪਾ ਆ। ਜੇ ਕਿਤੇ ਪ੍ਰਸ਼ਾਦਾ ਛਕਣ ਲੱਗੇ ਆ, ਤੈਨੂੰ ਪ੍ਰਸ਼ਾਦਾ ਮਿਲਿਆ ਆ ਬੈਠ ਕੇ ਤੇ ਮਿਲ ਗਈ ਬੁਰਕੀ ਜੀ, ਤਾਂ ਪ੍ਰਸ਼ਾਦ, ਤੇਰਾ ਸ਼ੁਕਰੀਆ। ਜੋ ਜੋ ਚੀਜ਼ ਜ਼ਿੰਦਗੀ 'ਚ ਮਿਲੀ ਜਾਂਦੀ ਉਹਦੇ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਚਾਹੀਦਾ। ਹਾਂਜੀ। ਔਰ ਜਿਹੜਾ ਪ੍ਰਮਾਤਮਾ ਦਾ ਸ਼ੁਕਰਾਨਾ ਕਰੀ ਜਾਣਾ ਆ, ਉਹਦਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਚੱਲੀ ਜਾਣਾ, ਤੂੰ ਹੀ ਕਰੀ ਜਾਣਾ ਆ। ਔਰ ਕਦੀ ਆਪਣੀ ਦਿਨਚਰਿਆ ਦੇਖਿਆ ਕਰੋ, ਤੁਸੀਂ ਦਿਨ ਦੇ ਵਿੱਚ ਕਿੰਨੀ ਵਾਰੀ ਪ੍ਰਮਾਤਮਾ ਨੂੰ ਯਾਦ ਕੀਤਾ। ਤੁਸੀਂ ਤਾਂ ਕਾਰ ਖੋਲਣ ਲੱਗੋ, ਕਾਰ 'ਚ ਬੈਠਣ ਲੱਗੋ, ਕਾਰ ਦੀ ਬਾਰੀ ਖੋਲੀ ਆ ਤੇ ਵਾਹਿਗੁਰੂ, ਸਟੀਅਰਿੰਗ ਤੇ ਬੈਠ ਗਿਆ ਤੇ ਵਾਹਿਗੁਰੂ, ਕਾਰ ਸਟਾਰਟ ਕਰਨ ਲੱਗੇ ਤੇ ਵਾਹਿਗੁਰੂ। ਸਤਿਗੁਰੂ ਤੂੰ ਸਫ਼ਰ ਤੇ ਚੱਲਣੇ, ਤੂੰ ਅੰਗ ਸੰਗ ਸਾਈ ਹੋਣਾ, ਵਾਹਿਗੁਰੂ। ਤੁਸੀਂ ਔਰ ਨਿਤਨੇਮ ਸਤਿਗੁਰੂ ਨੇ ਸਿੱਖ ਨੂੰ ਦਿੱਤਾ ਹੀ ਤਾਂ ਹੈ ਕਿ ਸਵੇਰੇ ਵੀ ਯਾਦ ਰਹੇ, ਸ਼ਾਮੀ ਵੀ ਯਾਦ ਰਹੇ, ਤੁਰਦੇ ਫਿਰਦੇ ਵੀ, ਉੱਠ ਬੈਠ ਸੋਵਤ ਨਾਮ ਵਾਲੀ ਗੱਲ। ਵਾਹਿਗੁਰੂ ਵਾਹਿਗੁਰੂ ਤੁਹਾਡੇ ਮੁਖਾਰਬਿੰਦ ਤੋਂ ਨਿਕਲਦਾ ਰਹੇ, ਪ੍ਰਮਾਤਮਾ ਹਮੇਸ਼ਾ ਯਾਦ ਰਹੇ। ਤੇ ਫਿਰ ਤੁਹਾਨੂੰ ਸੂਲੀ ਚੁਭੂਗੀ, ਸੂਲ ਆਊਗੀ, ਸੂਲ ਚੁਭੂਗੀ, ਕੰਡਾ ਚੁਭੂਗਾ, ਫਿਰ ਵੀ ਵਾਹਿਗੁਰੂ ਨਿਕਲਣਾ ਆ। ਕੋਈ ਚੁੰਡੀ ਵੱਢੂਗਾ ਫਿਰ ਵੀ ਵਾਹਿਗੁਰੂ ਨਿਕਲੂਗਾ। ਤੇ ਫਿਰ ਤੁਹਾਨੂੰ ਸੂਲੀ ਦੇ ਚੜੋਗੇ, ਜਦ ਵਾਹਿਗੁਰੂ ਪੱਕ ਗਿਆ ਫਿਰ ਵੀ ਵਾਹਿਗੁਰੂ ਨਿਕਲੂਗਾ। ਤੇ ਨਹੀਂ ਤਾਂ ਕੰਡਾ ਚੁੱਭਿਆ ਵੀ ਮੂੰਹ ਕਈ ਵਾਰੀ ਗਾਲ ਨਿਕਲਦੀ ਹੁੰਦੀ ਹੈ, ਕਿਸੇ ਦਾ ਕਸੂਰ ਵੀ ਨਹੀਂ ਹੁੰਦਾ ਜੀ ਜੀ ਜੀ। ਜੋ ਅੰਦਰ ਹੈ ਨਿਕਲਣਾ ਉਹੀ ਹੈ। ਹਾਂਜੀ। ਸੋ ਅੰਦਰ ਬਿਰਤੀ ਜਿਹੜੀ ਹੈ ਨਾ, ਉਹਨੂੰ ਵਾਹਿਗੁਰੂ ਵਾਲੀ ਬਣਾਉਣਾ ਪੈਣਾ। ਉਸ ਬਿਰਤੀ ਨੂੰ ਸਾਤਵਿਕ ਬਣਾਉਣਾ ਪੈਣਾ। ਉਸ ਬਿਰਤੀ 'ਚ ਤਪ ਪ੍ਰਸ਼ਾਦ ਭਰਨਾ ਪੈਣਾ। ਤੇ ਜੇ ਆਪਾਂ ਤਪ ਪ੍ਰਸ਼ਾਦ ਭਰ ਲਾਂਗੇ ਫਿਰ ਬਸ ਮੁਕਤੀ ਮੁਕਤ ਹੈ, ਫਿਰ ਜੀਵਨ ਮੁਕਤ ਹੈ। ਸਤਿਗੁਰੂ ਦੀ ਕਿਰਪਾ ਜਿਹੜੀ ਆਪਾਂ ਨਾਲ ਆਪਣੇ ਵਸਾ ਕੇ ਤੁਰਨੀ ਆ। ਔਰ ਇੱਕ ਪੰਜ ਇਹਨਾਂ ਸਵਾਲਾਂ ਦੇ ਵਿੱਚੋਂ ਇੱਕ ਸਵਾਲ ਹੋਰ ਪੈਦਾ ਹੁੰਦਾ ਨਾ ਸਾਰੀਆਂ ਸਾਖੀਆਂ ਦੇ ਵਿੱਚੋਂ, ਜਦੋਂ ਇਦੋਂ ਸਤਿਗੁਰੂ ਨੇ ਘੋਗੜ ਕਾਂ ਮਰਵਾਇਆ, ਸਤਿਗੁਰੂ ਨੇ ਕਾਂ ਮਰਵਾਇਆ, ਸਤਿਗੁਰੂ ਨੇ ਤਿੱਤਰ ਮਰਵਾਇਆ, ਪਿਛਲੇ ਆਪਾਂ ਜ਼ਿਕਰ ਕੀਤਾ ਸੀ, ਇੱਥੇ ਕਾਲਾ ਸੱਪ ਮਰਵਾਇਆ ਤੇ ਨਾਲ ਸਤਿਗੁਰੂ ਉਹਨਾਂ ਦੇ ਕਾਰਨ ਦੱਸੇ। ਹਾਂਜੀ। ਪਰ ਜਦੋਂ ਕਾਰਨ ਸਤਿਗੁਰੂ ਦੱਸਦੇ ਆ, ਉਹਨਾਂ ਦੇ ਰਾਹੀ, ਉਹਨਾਂ ਸਾਖੀਆਂ ਦੇ ਰਾਹੀ, ਜਿਹੜੀਆਂ ਸਤਿਗੁਰੂ ਦੀਆਂ ਸਾਖੀਆਂ ਖਾਸ ਕਰਕੇ ਜਿਹੜੀਆਂ ਮਾਲਵੇ 'ਚ ਵਾਪਰੀਆਂ, ਸਤਿਗੁਰੂ ਆਪਣੇ ਸਿੱਖ ਨੂੰ ਦੁਨੀਆ 'ਚ ਕਿੱਦਾਂ ਵਿਚਰਨਾ ਆ ਉਹ ਸਿਖਾ ਰਿਹਾ। ਸਿੱਖੀ 'ਚ ਕਿਵੇਂ ਵਿਚਰਨਾ ਉਹ ਸਿਖਾ ਰਿਹਾ। ਭਾਈ ਤੂੰ ਲਾਂਗਰੀ ਦੀ ਸੇਵਾ ਕਰ ਰਿਹਾ ਆ,
पर अपनी बिरती हंकार दी नहीं आउण देनी, अपने च निम्रता लिया के रखनी आ। सेवा करदियां करदियां सेवा करत होए ना कामी इच्छा रहत होना आ ते तिसको प्राप्त हो स्वामी तैनूं परमात्मा मिलेगा मिलेगा। सो सतगुरु जी वो बिरतियां सिखदियां बना रहे आ, मसंद जिहड़े आ, और इकल्ले वो मसंद ते थोड़ा आ भी कारपेट च माया रख लई। वो जेड़ा भी बंदा है जिसे भी तरीके नाल इकट्ठा करके माया ਜਿਹੜੀ इकट्ठा करता है, ਜਿਹੜੀ चीज़ ने उन्हें इकट्ठी की संगत की माया ਲਈ आ, जे उत्थे नहीं खर्चदा, जे अपने ही बुत्ते ਉਹਦੇ ਨਾਲ ਸਾਰਨ ਲੱਗ ਪੈਂਦਾ ਆ, ਆਪ ਹੀ ਉਹ ਖਾਣ ਲੱਗ ਪੈਂਦਾ, ਆਪ ਹੀ ਜਮਾ ਕਰਨ ਲੱਗ ਪੈਂਦਾ, ਜਿਹੜੀ ਚੀਜ਼ ਲਈ ਇਕੱਠੇ ਕੀਤੀ ਉਸ ਨਹੀਂ ਜਾਣ ਦਿੰਦਾ ਉਹ ਵੀ ਫਿਰ ਮਸੰਦ ਆ। ਬਿਲਕੁਲ। ਔਰ ਉਹਨੂੰ ਵੀ ਉਹਨਾਂ ਚ ਭੁਗਤਣਾ ਪੈਣਾ ਫਿਰ। ਬਿਲਕੁਲ। ਸੋ ਇਹ ਬਿਰਤੀਆਂ ਸਤਿਗੁਰੂ ਸਿਖਾ ਰਹੇ ਆ, ਜੀਵਨ ਸਤਿਗੁਰੂ ਸਿਖਾ ਰਹੇ ਆ ਕਿਵੇਂ ਜੀਣਾ ਆ। ਨਿੱਕੀਆਂ ਨਿੱਕੀਆਂ ਸਾਖੀਆਂ ਆ पर उन्होंने सिक्ख्या मनुखी जीवन के लिए बहुत वड्डी। मेरे ख्याल तुहाडा सवाल दा हिस्सा रह गया, गां तुरांगे फिर। बिल्कुल वीर जी, तुहाडा बहुत बहुत धन्नवाद। कहते कि जो भी एक जदों असीं सुणदे आ गल जिद्दां वीर जी ने समझाया, सानू समझाउणी कीती है, पर असीं सोचदे कि सिर्फ सतगुरु जी दे टाइम होया, सानू इहदे नाल की एक कहानी के तौर ते असीं सुणने ने ते मुड़ के विचारदे नहीं। पर कोशिश करिया करिए जिन्ने भी भैन भरा कह सकदे गुरु घर की सेवा लई जां तन मन धन दे नाल सतगुरु दी जां सिख पंथ की सेवा करे, उन्हां दी सोच भी ये होनी चाहिए कि जो सतगुरु जी ने सानू उस वक्त अपने सिखां नू समझाया सी कि असीं उस पेपर दे विच उस एग्जाम दे विच पूरे हो जावांगे, पास हो जावांगे। कोशिश करिए ते सतगुरु जिहड़ा कामयाबी जरूर दिंदा। प्रोग्राम करदे साडे कोल गलती हो गई, दोवें ते जोड़ के असीं माफ़ी मंगदे आ। अगले एपीसोड विच आप जी नाल फिर मुलाकात होवेगी। इत्थे फतेह बुलाउने आ। वाहिगुरू जी का खालसा, वाहिगुरू जी की फतेह। देशवा पर मोहे है शुभ कर्म ते कभू न डरूं, न डरूं और सोच अब जाए लड़ूं, निश्चय कर अपनी जीत करूं।